ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼। ਕੰਸਲਟੈਂਟ ਨੂੰ ਪੁੱਛਾਂਗੇ ਸਿੱਧੇ ਸਵਾਲ ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਸਾਰਿਆਂ ਦਾ। ਸੋ ਸਟੂਡੈਂਟਸ, ਆਪਾਂ ਹਮੇਸ਼ਾ ਗੱਲ ਕਰਦੇ ਹਾਂ +2 ਵਾਲੇ ਸਟੂਡੈਂਟ ਜਿਨ੍ਹਾਂ ਨੇ ਜਾਣਾ ਤੇ ਜਿਹੜੇ ਗ੍ਰੈਜੂਏਟਸ ਨੇ ਉਹਨਾਂ ਨੇ ਜਾਣਾ, ਬਟ ਕਮੈਂਟਸ ਦੇ ਵਿੱਚ ਅਸੀਂ ਦੇਖਿਆ ਬਹੁਤ ਸਾਰੇ ਇਹੋ ਜਿਹੇ ਵੀ ਸਵਾਲ ਨੇ ਜਿਹੜੇ ਇੱਥੇ ਆਲਰੇਡੀ ਪੋਸਟ ਗ੍ਰੈਜੂਏਟ ਨੇ। ਉਹਨਾਂ ਦੇ ਬਹੁਤ ਵਾਰੀ ਕਮੈਂਟ ਆਉਂਦੇ ਨੇ ਕਿ ਜੇ ਅਸੀਂ ਕੈਨੇਡਾ ਜਾਣਾ ਹੋਵੇ ਕਿਸ ਤਰੀਕੇ ਦੇ ਕੋਰਸ ਅਸੀਂ ਕਰ ਸਕਦੇ ਹਾਂ, ਕੀ ਪੋਸੀਬਿਲਿਟੀਜ਼ ਨੇ, ਕੀ ਰਿਕੁਆਇਰਮੈਂਟਸ ਨੇ, ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ। ਸੋ ਜਿਹੜੇ ਪੋਸਟ ਗ੍ਰੈਜੂਏਟਸ ਨੇ ਉਹਨਾਂ ਵਾਸਤੇ ਅੱਜ ਦਾ ਖਾਸ ਸ਼ੋਅ ਹੈ ਕੈਨੇਡਾ ਵਾਸਤੇ। ਅੱਜ ਦੇ ਸਾਡੇ ਗੈਸਟ ਨੇ ਬ੍ਰੌਡਵੇ ਇਮੀਗ੍ਰੇਸ਼ਨ ਦੇ ਸੀਨੀਅਰ ਕੰਸਲਟੈਂਟ ਜਗਪ੍ਰੀਤ ਸਿੰਘ ਜੀ। ਸਵਾਗਤ ਹੈ। ਥੈਂਕ ਯੂ ਦੀਪਕ ਜੀ। ਸੋ ਜਗਪ੍ਰੀਤ ਜੀ, ਪੋਸਟ ਗ੍ਰੈਜੂਏਟਸ ਨੇ ਜਦੋਂ ਕੈਨੇਡਾ ਜਾਣਾ ਹੁੰਦਾ ਹੈ ਸੋ ਉਹਨਾਂ ਵਾਸਤੇ ਕੀ ਆਪਸ਼ਨਸ ਹੁੰਦੀਆਂ? ਆਪਸ਼ਨਸ ਤੋਂ ਵੀ ਪਹਿਲਾਂ ਮੈਂ ਜਾਣਨਾ ਚਾਹੂੰਗਾ ਕਿਸ ਤਰੀਕੇ ਦੇ ਕਿਸ ਸਟਰੀਮ ਦੇ ਪੋਸਟ ਗ੍ਰੈਜੂਏਟਸ ਵਾਸਤੇ ਇਹ ਪ੍ਰੋਸੈਸ ਈਜ਼ੀ ਹੁੰਦਾ? ਬਿਲਕੁਲ ਦੀਪਕ ਜੀ, ਜਿਹੜਾ ਅੱਜ ਦਾ ਤੁਸੀਂ ਟੌਪਿਕ ਲਿਆ, ਨਾਰਮਲੀ ਅਸੀਂ 10+2 ਸਟੂਡੈਂਟਸ, ਡਿਪਲੋਮਾ ਹੋਲਡਰ ਸਟੂਡੈਂਟਸ, ਅੰਡਰ ਗ੍ਰੈਜੂਏਟ ਡਿਗਰੀ ਹੋਲਡਰ ਸਟੂਡੈਂਟਸ ਦੀ ਗੱਲ ਹੀ ਜ਼ਿਆਦਾਤਰ ਕਰਦੇ ਹਾਂ। ਔਰ ਬਹੁਤ ਰੇਅਰ ਸਟੂਡੈਂਟਸ ਆਉਂਦੇ ਨੇ ਜਿਹੜੇ ਕਿ ਪੋਸਟ ਗ੍ਰੈਜੂਏਟ ਹੋ ਚੁੱਕੇ ਨੇ ਔਰ ਉਹ ਕੈਨੇਡਾ ਜਾਣਾ ਚਾਹੁੰਦੇ ਨੇ। ਆਪਸ਼ਨਸ ਦੀ ਗੱਲ ਕੀਤੀ ਜਾਵੇ ਤਾਂ ਅਗਰ ਅਸੀਂ ਇਹਨੂੰ ਵੀਜ਼ਾ ਕੈਟੇਗਰੀ ਦੇ ਪੁਆਇੰਟ ਆਫ ਵਿਊ ਨਾਲ ਗੱਲ ਕਰੀਏ ਤਾਂ 2 ਕੈਟੇਗਰੀਜ਼ ਓਪਨ ਨੇ। ਅਗਰ ਸਟੂਡੈਂਟ ਪੋਸਟ ਗ੍ਰੈਜੂਏਟ ਹੈ ਤਾਂ ਉਹ ਐਕਸਪ੍ਰੈਸ ਐਂਟਰੀ ਯਾਨੀ ਕਿ PR ਨੂੰ ਲੈ ਕੇ ਵੀ ਕਾਫੀ ਹੱਦ ਤੱਕ ਸਟੂਡੈਂਟਸ ਅਪਰੋਚ ਕਰਦੇ ਨੇ, ਬਟ ਉਹਦੇ 'ਚ ਬਹੁਤ ਇੱਕ ਮੇਜਰ ਪਾਰਟ ਰਹਿ ਜਾਂਦਾ ਜਿਹੜਾ ਕਿ ਆਇਲਸ ਨੂੰ ਕੰਪੀਟ ਨਹੀਂ ਕਰ ਪਾਉਂਦਾ। ਸੋ ਸੈਕਿੰਡ ਆਪਸ਼ਨ ਜਿਹੜੀ ਉਹਨਾਂ ਦੇ ਲਈ ਬਣਦੀ ਹੈ ਉਹ ਕਿਤੇ ਨਾ ਕਿਤੇ ਫਿਰ ਸਟੂਡੈਂਟ ਵੀਜ਼ਾ ਨੂੰ ਲੈ ਕੇ ਬਣਦੀ ਹੈ। ਹੁਣ ਜਦੋਂ ਦੀਪਕ ਜੀ ਸਟੂਡੈਂਟ ਵੀਜ਼ਾ ਦੀ ਗੱਲ ਕਰਦੇ ਆ ਤਾਂ ਨਾਰਮਲੀ ਤੁਸੀਂ ਵੀ ਬਹੁਤ ਜ਼ਿਆਦਾ ਮਾਰਕੀਟ ਦੇ ਵਿੱਚ ਚੀਜ਼ਾਂ ਨੂੰ ਐਕਸਪਲੋਰ ਕਰਦੇ ਹੋ, ਅਲੱਗ-ਅਲੱਗ ਕੰਸਲਟੈਂਟਸ ਨੂੰ ਮਿਲਦੇ ਹੋ, ਤਾਂ ਆਈ ਕੈਨ ਸੀ ਕਿ ਜ਼ਿਆਦਾਤਰ ਕੰਸਲਟੈਂਟ ਦਾ ਫੋਕਸ ਵੀ +2 ਪਾਸ ਆਊਟ ਸਟੂਡੈਂਟ ਦੇ ਉੱਤੇ ਹੀ ਹੁੰਦਾ ਹੈ। ਉੱਥੇ ਫੋਕਸ ਹੋਣ ਦਾ ਕਾਰਨ ਇਹ ਹੁੰਦਾ ਹੈ ਕਿ ਉਸ ਤੋਂ ਬਾਅਦ ਦੀ ਸਟੇਜ ਜਿਹੜੀ ਸਟਾਰਟ ਹੋ ਰਹੀ ਹੈ ਉਹ ਇੱਕ 2 ਇਅਰਸ ਡਿਪਲੋਮਾ ਤੋਂ ਸਟਾਰਟ ਹੁੰਦੀ ਹੈ, 3 ਇਅਰਸ ਡਿਪਲੋਮਾ ਔਰ ਡਿਗਰੀ ਹੈ। ਸੋ ਉਹਦੇ ਵਿੱਚ ਵਾਈਡ ਵੈਰਾਈਟੀ ਆਫ ਆਪਸ਼ਨਸ ਜਿਹੜੇ ਨੇ ਕੰਸਲਟੈਂਟ ਦੇ ਕੋਲ ਅਵੇਲੇਬਲ ਹੈ। ਔਰ ਕਈ ਵਾਰ ਜ਼ਿਆਦਾਤਰ ਮੈਂ ਸਟੂਡੈਂਟਸ ਜਿਹੜੇ ਆ ਕੇ ਮੈਨੂੰ ਪਰਸਨਲੀ ਮਿਲਦੇ ਨੇ ਉਹਦੇ ਵਿੱਚ ਮੈਂ ਕਈਆਂ ਨੂੰ ਤਾਂ ਇਹ ਵੀ ਸੁਣਦਾ ਕਿ ਕੁਝ ਕੰਸਲਟੈਂਟਸ ਨੇ ਉਹਨਾਂ ਨੂੰ ਮਨਾ ਕਰਤਾ ਕਿ ਪੋਸਟ ਗ੍ਰੈਜੂਏਟ ਅਗਰ ਤੁਸੀਂ ਹੋ ਚੁੱਕੇ ਹੋ ਤਾਂ ਤੁਸੀਂ ਸਟੂਡੈਂਟ ਵੀਜ਼ਾ ਤੇ ਨਹੀਂ ਜਾ ਸਕਦੇ, ਤੁਹਾਡੇ ਲਈ ਕੋਈ ਕੋਰਸ ਅਵੇਲੇਬਲ ਹੀ ਨਹੀਂ। ਸੋ ਮਤਲਬ ਉਹਦੇ ਵਾਸਤੇ ਅਲੱਗ ਤੋਂ ਕੰਸਲਟੈਂਟ ਨੂੰ ਰਿਸਰਚ ਕਰਨੀ ਪਊਗੀ, ਮਿਹਨਤ ਕਰਨੀ ਪਊਗੀ। ਯੂਜੂਅਲੀ ਸਾਰਾ ਸਟਾਫ +2 ਵਾਲੇ ਕੇਸਿਸ ਜਾਂ ਕੁਝ ਹੱਦ ਤੱਕ ਗ੍ਰੈਜੂਏਸ਼ਨ ਵਾਲੇ ਕੇਸਿਸ ਹੈਂਡਲ ਕਰਨ ਲਈ ਟ੍ਰੇਨਡ ਹੁੰਦਾ, ਤਾਂ ਮੈਨੂੰ ਲੱਗਦਾ ਉਹਨਾਂ ਨੂੰ ਲੱਗਦਾ ਇਹ ਸਿਰਦਰਦੀ ਹੈ, ਮੈਨੂੰ ਰਹਿ ਨਹੀਂ ਦਿਓ। ਓਬਵੀਅਸਲੀ ਦੀਪਕ ਜੀ, ਦੇਖੋ ਜਿਹੜੀ ਚੀਜ਼ ਜ਼ਿਆਦਾ ਅਵੇਲੇਬਲ ਹੈ ਉਹਦੀ ਰੇਸ਼ੋ ਜ਼ਿਆਦੀ ਹੈ ਤਾਂ ਓਬਵੀਅਸਲੀ ਉਹਦੇ 'ਚ ਹੀ ਐਕਸਪਰਟਾਈਜ਼ ਹਰ ਇੱਕ ਪ੍ਰੋਫੈਸ਼ਨਲ ਦੀ ਬਣੂਗੀ। ਹੁਣ ਜਦੋਂ ਗੱਲ ਆਉਂਦੀ ਹੈ ਪੋਸਟ ਗ੍ਰੈਜੂਏਟ ਸਟੂਡੈਂਟ ਦੀ, ਇੱਦਾਂ ਦੀ ਕੋਈ ਆਪਸ਼ਨ ਜਾਂ ਸਿਚੁਏਸ਼ਨ ਨਹੀਂ ਹੈ ਕਿ ਉਹ ਨਹੀਂ ਜਾ ਸਕਦਾ। ਯੈਸ, ਡੈਫੀਨੇਟਲੀ ਉਹਨਾਂ ਦੇ ਲਈ ਵੀ ਬਹੁਤ ਸਾਰੇ ਆਪਸ਼ਨਸ ਅਵੇਲੇਬਲ ਹੈ। ਹੁਣ ਜਦੋਂ ਪੋਸਟ ਗ੍ਰੈਜੂਏਟ ਸਟੂਡੈਂਟ ਅਪਲਾਈ ਕਰਦਾ ਹੈ, ਜਿਹਦੇ ਵਿੱਚ ਤੁਸੀਂ ਦੇਖੋਗੇ ਕਿਸੇ ਨੇ ਮਾਸਟਰਸ ਆਫ ਆਰਟਸ ਕੀਤੀ ਹੈ, ਕਿਸੇ ਨੇ ਮਾਸਟਰਸ ਆਫ ਕਮਰਸ ਕੀਤੀ ਹੈ, ਮਾਸਟਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਹੈ, MTech ਹੈ, ਮਾਸਟਰਸ ਇਨ ਫਾਰਮੇਸੀ ਹੈ, MSc ਇਨ ਬਾਇਓਟੈਕਨੋਲੋਜੀ ਹੈ, ਨੰਬਰ ਆਫ ਪੋਸਟ ਗ੍ਰੈਜੂਏਟ ਪ੍ਰੋਗਰਾਮਸ। ਸੋ ਉਸ ਸਟੇਜ ਦੇ ਉੱਤੇ ਆ ਕੇ ਜਦੋਂ PG ਆਲਰੇਡੀ ਤੁਸੀਂ ਗੇਨ ਕੀਤੀ ਹੈ ਤੇ ਸਭ ਤੋਂ ਪਹਿਲੀ ਜਿਹੜੀ ਚੀਜ਼ ਹੈ ਕੋਰਸ ਸਿਲੈਕਟ ਕਰਨ ਲੱਗਿਆ, ਉਹਦੇ ਵਿੱਚ ਤੁਸੀਂ ਟ੍ਰੇਡ ਚੇਂਜ ਬਿਲਕੁਲ ਵੀ ਸੋਚ ਨਹੀਂ ਸਕਦੇ। ਕਈ ਵਾਰ ਸਟੂਡੈਂਟਸ ਅੰਡਰ ਗ੍ਰੈਜੂਏਟ ਪ੍ਰੋਗਰਾਮਸ ਦੇ ਉੱਤੇ ਟ੍ਰੇਡ ਚੇਂਜ ਲੈਂਦੇ ਨੇ ਬੇਸਡ ਔਨ ਪ੍ਰੋਫੈਸ਼ਨਲ ਐਸਟੈਬਲਿਸ਼ਮੈਂਟ। ਜਿੱਦਾਂ ਮੈਂ ਖੁਦ ਕੁਝ ਸਟੂਡੈਂਟਸ ਨੂੰ ਜਿਨ੍ਹਾਂ ਨੇ BTech ਕੀਤੀ ਹੈ ਉਹਨਾਂ ਨੂੰ ਮੈਨੇਜਮੈਂਟ ਪ੍ਰੋਗਰਾਮਸ ਦੇ ਵਿੱਚ ਸਕਸੀਡ ਕੀਤਾ, ਬਟ ਉਹ ਐਂਟਰਪ੍ਰੈਨਿਓਰਸ਼ਿਪ ਮੈਨੇਜਮੈਂਟ ਦੇ ਨੇ, ਟੈਕਨੋਲੋਜੀ ਮੈਨੇਜਮੈਂਟ, ਨਾਟ ਆਫ MBA, ਰਾਈਟ। ਸੋ ਉੱਥੇ ਉਹਨਾਂ ਦੀਆਂ ਅਗਰ ਪ੍ਰੋਫੈਸ਼ਨਲ ਐਸਟੈਬਲਿਸ਼ਮੈਂਟ, ਬਟ ਅਗਰ ਤੁਸੀਂ ਆਲਰੇਡੀ PG ਕਰ ਚੁੱਕੇ ਹੋ ਤਾਂ ਇੱਕ ਚੀਜ਼ ਬਿਲਕੁਲ ਕਲੀਅਰ ਕਰ ਲੈਣੀ ਹੈ, ਫਿਰ ਤੁਸੀਂ ਟ੍ਰੇਡ ਚੇਂਜ ਬਾਰੇ ਸੋਚਣਾ ਹੀ ਨਹੀਂ ਹੈ, ਬਿਕਾਜ਼ ਤੁਸੀਂ ਇੱਕ ਆਲਰੇਡੀ ਮਾਸਟਰਸ ਡਿਗਰੀ ਤੱਕ ਇੱਕ ਪ੍ਰੋਫੈਸ਼ਨਲ ਐਜੂਕੇਸ਼ਨ ਜਿਹੜੀ ਹੈ ਉਹ ਗੇਨ ਕਰ ਚੁੱਕੇ ਹੋ। ਮੀਨਸ ਤੁਸੀਂ ਅਕੈਡਮਿਕਲੀ ਉਸ ਚੀਜ਼ ਦੇ ਵਿੱਚ ਇੱਕ ਐਕਸਪਰਟੀਜ਼ ਲੈਵਲ ਤੱਕ ਅਟੇਨ ਕਰ ਚੁੱਕੇ ਹੋ। ਫਿਰ ਗੱਲ ਆਉਂਦੀ ਹੈ ਜਦੋਂ ਤੁਸੀਂ ਆਪਸ਼ਨ ਲੈਣੀ ਹੈ। ਹੁਣ ਜਦੋਂ ਤੁਸੀਂ ਆਪਸ਼ਨ ਲੈਣ ਜਾਣਾ ਹੈ ਤਾਂ ਕਈ ਜਗ੍ਹਾ ਤੇ ਪ੍ਰੋਗਰਾਮਸ ਜਿਹੜੇ ਨੇ ਉਹ ਤੁਹਾਨੂੰ ਗ੍ਰੈਜੂਏਟ ਡਿਪਲੋਮਾਸ ਮਿਲਣਗੇ, PG ਡਿਪਲੋਮਾਸ ਮਿਲਣਗੇ, ਬਟ ਉਸ ਮਾਸਟਰਸ ਲੈਵਲ ਤੋਂ ਥੱਲੇ ਉਤਰ ਕੇ ਅਪਲਾਈ ਕਰੋਗੇ ਤਾਂ ਸਿੱਧੀ ਰਿਫਿਊਜ਼ਲ ਹੈ।
ਅਗਰ ਸਟੂਡੈਂਟ ਨੇ 4 ਈਅਰ ਡਿਗਰੀ ਕੀਤੀ ਹੈ ਉਸ ਤੋਂ ਬਾਅਦ 2 ਇਅਰਸ ਮਾਸਟਰਸ ਇੱਥੇ ਕੀਤੀ ਹੈ ਉਹਨਾਂ ਲਈ ਦੀਪਕ ਜੀ ਡਾਇਰੈਕਟ ਡਬਲ ਮਾਸਟਰਸ ਬਹੁਤ ਸਾਰੀਆਂ ਅਵੇਲੇਬਲ ਨੇ ਬਟ ਕੁਝ ਪ੍ਰੋਗਰਾਮ ਇਦਾਂ ਦੇ ਹੁੰਦੇ ਨੇ ਜਿਨ੍ਹਾਂ ਨੇ 3 ਇਅਰਸ ਦੀ ਗ੍ਰੈਜੂਏਸ਼ਨ ਕੀਤੀ ਹੈ ਔਰ ਉਸ ਤੋਂ ਬਾਅਦ 2 ਇਅਰਸ ਦੀ ਮਾਸਟਰਸ ਹੈ ਸੋ ਉੱਥੇ 5 ਇਅਰਸ ਹੈ ਸੋ ਉੱਥੇ ਸਟੂਡੈਂਟਸ ਨੂੰ ਆਪਣੀਆਂ ਐਜੂਕੇਸ਼ਨ ਅਸੈਸਮੈਂਟਸ ਵੱਲ ਜਾਣਾ ਚਾਹੀਦਾ ਜਿਵੇਂ IQS ਹੈ WES ਹੈ ਸੋ ਉੱਥੇ ਅਗਰ ਉਹਦੀ ਇਕੁਇਵਲੈਂਸੀ ਉਹ ਜਨਰੇਟ ਕਰ ਦਿੰਦੇ ਨੇ ਵਿਦ ਯੂਰ ਗ੍ਰੈਜੂਏਸ਼ਨ ਐਂਡ ਮਾਸਟਰਸ ਬੀਇੰਗ ਅ ਇਕੁਇਵਲੈਂਸੀ ਆਫ ਗ੍ਰੈਜੂਏਸ਼ਨ ਟੂ ਪਰਸੂ ਅ ਮਾਸਟਰਸ ਇਨ ਕੈਨੇਡਾ ਫਿਰ ਉਹਦੇ ਬਿਹਾਫ ਤੇ ਤੁਸੀਂ ਅਪਲਾਈ ਕਰੋਗੇ ਤਾਂ ਦੈਨ ਯੂਰ ਵੀਜ਼ਾ ਚਾਂਸਸ ਆਰ ਕੁਆਇਟ ਰੀਅਲੀ ਗੁੱਡ ਸੋ ਮਾਸਟਰਸ ਡਿਗਰੀ ਅਟੇਨ ਕਰ ਚੁੱਕੇ ਹੋਏ ਪੋਸਟ ਗ੍ਰੈਜੂਏਟ ਡਿਗਰੀਜ਼ ਅਟੇਨ ਕਰ ਚੁੱਕੇ ਸਟੂਡੈਂਟਸ ਦੇ ਲਈ ਬਿਲਕੁਲ ਕੈਨੇਡਾ ਦੇ ਵਿੱਚ ਆਪਸ਼ਨਸ ਨੇ ਬਟ ਥੋੜਾ ਜਿਹਾ ਸੋਚ ਸਮਝ ਕੇ ਔਰ ਲੋਕੇਸ਼ਨਸ ਦੀ ਫਲੈਕਸੀਬਿਲਿਟੀ ਲੈ ਕੇ ਇਨਟੇਕਸ ਦੀ ਫਲੈਕਸੀਬਿਲਿਟੀ ਲੈ ਕੇ ਹੀ ਉਸ ਚੀਜ਼ ਦੇ ਉੱਤੇ ਕੰਮ ਕਰਨਾ ਚਾਹੀਦਾ ਔਰ ਅਗਰ ਤੁਸੀਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਕੁਝ ਗੈਪ ਈਅਰਸ ਐਡ ਕੀਤੇ ਨੇ ਤਾਂ ਉੱਥੇ ਪ੍ਰੋਫੈਸ਼ਨਲ ਐਸਟੈਬਲਿਸ਼ਮੈਂਟ ਜਿਹੜੀ ਹੈ ਉਹ ਬਿਲਕੁਲ ਉਸ ਪ੍ਰੋਫੈਸ਼ਨਲ ਲੈਵਲ ਦੀ ਹੋਣੀ ਚਾਹੀਦੀ ਹੈ ਜਿਹੜਾ ਕਿ ਇੱਕ ਮਾਸਟਰ ਕੈਡਰ ਨੂੰ ਸਕਸੀਡ ਕਰ ਰਿਹਾ ਜਾਂ ਉਹਨੂੰ ਫੁੱਲਫਿਲ ਕਰ ਰਿਹਾ ਸੋ ਸਟੂਡੈਂਟਸ ਆਪਸ਼ਨਸ ਜ਼ਰੂਰ ਨੇ ਇਵਨ ਮੈਚੁਰ ਸਟੂਡੈਂਟ ਜਿਵੇਂ ਆਪਾਂ ਕਹਿੰਦੇ ਜਿਹੜੇ ਪ੍ਰੋਫੈਸ਼ਨ ਦੇ ਵਿੱਚ ਪੈ ਗਏ ਨੇ ਉਹਨਾਂ ਵਾਸਤੇ ਵੀ ਆਪਸ਼ਨਸ ਖੁੱਲੀਆਂ ਨੇ ਪਰ ਜ਼ਰੂਰੀ ਹੈ ਕਿ ਤੁਸੀਂ ਕਿਸ ਲੈਵਲ ਦੇ ਐਕਸਪਰਟ ਨੂੰ ਕੰਟੈਕਟ ਕਰਦੇ ਹੋ ਕਿ ਉਹਨੂੰ ਇਸ ਬਾਰੇ ਨੌਲੇਜ ਹੈ ਜਾਂ ਨਹੀਂ ਸੋ ਕੋਈ ਵੀ ਸਵਾਲ ਹੈ ਤਾਂ ਤੁਸੀਂ ਜਗਪ੍ਰੀਤ ਜੀ ਨੂੰ ਕਾਲ ਕਰ ਸਕਦੇ ਹੋ 90238 90238 ਤੇ ਅਪਾਇੰਟਮੈਂਟ ਬਣਾ ਕੇ ਮਿਲ ਵੀ ਸਕਦੇ ਹੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼ ਕੰਸਲਟੈਂਟ ਨੂੰ ਪੁੱਛਾਂਗੇ ਸਿੱਧੇ ਸਵਾਲ ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ